प्यारे विद्यार्थियों, मेरे वालों सारिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। मैं ਤੁਹਾਡਾ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਪੰਜਾਬ। ਵਿਦਿਆਰਥੀਓ, ਅੱਜ ਆਪਾਂ ਤੁਹਾਡੀ ਲੇਖ ਰਚਨਾ ਦਾ ਇੱਕ ਮਹੱਤਵਪੂਰਨ ਲੇਖ ਕਰਨ ਜਾ ਰਹੇ ਹਾਂ, ਗੁਰੂ ਗੋਬਿੰਦ ਸਿੰਘ ਜੀ। ਤੁਸੀਂ ਇਸ ਲੇਖ ਨੂੰ ਆਪਣੀਆਂ ਕਿਤਾਬਾਂ ਦੇ ਵਿੱਚ ਜ਼ਰੂਰ ਦੇਖਿਆ ਹੋਣਾ ਹੈ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਤੁਸੀਂ ਕੁਝ ਕਿਹੜੀਆਂ ਬੁਨਿਆਦੀ ਗੱਲਾਂ ਹੈ ਜ਼ਰੂਰ ਉਹਨਾਂ ਤੋਂ ਜਾਣੂ ਹੋਵੋਗੇ ਅਤੇ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਅੱਜ ਆਪਾਂ ਵਿਚਾਰਾਂਗੇ। ਲੇਖ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਓ, ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਾਂਗੇ ਅਤੇ ਦੇਖਾਂਗੇ ਕਿ ਤੁਸੀਂ ਇੱਕ ਵਧੀਆ ਲੇਖ ਰਚਨਾ ਕਿਵੇਂ ਕਰ ਸਕਦੇ ਹੋ। ਕਿਉਂਕਿ ਜਦੋਂ ਵੀ ਤੁਹਾਨੂੰ ਕੋਈ ਵਿਸ਼ਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਉਸ ਵਿਸ਼ੇ 'ਤੇ ਆਪਣੇ ਜਿਹੜੇ ਵਿਚਾਰ ਹੈ ਪੇਸ਼ ਕਰਨੇ ਹੁੰਦੇ ਹੈ ਅਤੇ ਉਹਨਾਂ ਵਿਚਾਰਾਂ ਦੇ ਆਧਾਰ 'ਤੇ ਹੀ ਤੁਹਾਨੂੰ ਪ੍ਰੀਖਿਆਵਾਂ ਦੇ ਵਿੱਚ ਜਿਹੜੇ ਨੰਬਰ ਉਹ ਦਿੱਤੇ ਜਾਂਦੇ ਹੈ। ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਇਲਾਵਾ ਪ੍ਰੀਖਿਆਵਾਂ ਦੇ ਪੱਖ ਤੋਂ ਵੀ ਇੱਕ ਵਧੀਆ ਤਿਆਰੀ ਕਰੋ। ਆਓ ਆਪਾਂ ਕੁਝ ਕੁ ਨੁਕਤੇ ਵਿਚਾਰਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇੱਕ ਵਧੀਆ ਲੇਖ ਰਚਨਾ ਕਰ ਸਕਦੇ ਹੋ। ਵਿਦਿਆਰਥੀਓ, ਤੁਸੀਂ 3-4 ਮੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ। ਕੋਈ ਬਹੁਤ ਜ਼ਿਆਦਾ ਗੱਲਾਂ ਹੈ ਨਹੀਂ ਹੈ। ਇਹਨਾਂ 3-4 ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਤਾਂ ਤੁਸੀਂ ਇੱਕ ਵਧੀਆ ਜਿਹੜਾ ਲੇਖ ਹੈ ਉਹਦੀ ਸਿਰਜਣਾ ਕਰ ਸਕੋਗੇ। ਪਹਿਲੀ ਗੱਲ ਜਿਹੜਾ ਤੁਸੀਂ ਧਿਆਨ ਰੱਖਣਾ ਹੈ ਕਿ ਲੇਖ ਦੇ ਤੁਸੀਂ 3 ਹਿੱਸੇ ਕਰਨੇ ਹੈ: ਆਦਿ, ਮੱਧ ਅਤੇ ਅੰਤ। ਆਦਿ ਹੁੰਦਾ ਕਿਸੇ ਚੀਜ਼ ਦੀ ਸ਼ੁਰੂਆਤ ਕਰਨਾ ਅਤੇ ਮੱਧ ਉਸ ਦਾ ਵਿਸਥਾਰ ਅਤੇ ਅੰਤ ਆਪਣੇ ਵਿਚਾਰਾਂ ਨੂੰ ਇੱਕ ਸੰਖੇਪ ਕਰਕੇ ਅਖੀਰ ਦੇ ਵਿੱਚ ਉਹਨਾਂ ਦਾ ਵਧੀਆ ਨਿਚੋੜ ਕੱਢ ਕੇ ਇੱਕ ਵਧੀਆ ਅੰਤ ਕਰਨਾ, ਮਤਲਬ ਜਾਂ ਕਹਿ ਲਓ ਕਿ ਸਿੱਟਾ ਕੱਢਣਾ, ਜਿਵੇਂ ਤੁਹਾਡੀ ਕਿਤਾਬਾਂ 'ਚ ਕਈ ਵਾਰ ਲਿਖਿਆ ਹੁੰਦਾ। ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਵੀ 3 ਹਿੱਸੇ ਹੁੰਦੇ ਆ, ਹੈ ਨਾ। ਆਪਾਂ ਕੰਮ ਨੂੰ ਸ਼ੁਰੂ ਕਰਦੇ ਹਾਂ, ਫਿਰ ਆਪਾਂ ਉਸ ਕੰਮ ਨੂੰ ਸਿਰੇ ਚਾੜ੍ਹਦੇ ਹਾਂ ਅਤੇ ਅਖੀਰ 'ਤੇ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਸੰਪੰਨ ਕਰਦੇ ਹਾਂ। ਤਾਂ ਲੇਖ ਵੀ ਇਹ ਮੰਗ ਕਰਦਾ, ਲੇਖ ਰਚਨਾ ਇਹ ਮੰਗ ਕਰਦੀ ਹੈ ਕਿ ਤੁਸੀਂ ਲੇਖ ਨੂੰ ਇੱਕ ਵਧੀਆ ਤਰੀਕੇ ਨਾਲ ਕਰੋ ਤਾਂ ਕਿ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਵੀ ਤੁਸੀਂ ਵਧੀਆ ਨੰਬਰ ਪ੍ਰਾਪਤ ਕਰ ਸਕੋ। ਇਸ ਤੋਂ ਇਲਾਵਾ ਕੋਈ ਵੀ ਤੁਹਾਡੇ ਲੇਖ ਨੂੰ ਪੜ੍ਹੇ ਜਾਂ ਤੁਸੀਂ ਕਿਤੇ ਬੋਲ ਰਹੇ ਹੋ, ਤੁਹਾਨੂੰ ਸੁਣੇ, ਤਾਂ ਤੁਹਾਡੀ ਜਿਹੜੀ ਲਿਖਤ ਹੈ ਜਾਂ ਤੁਹਾਡੀ ਬੋਲਚਾਲ ਹੈ ਉਹ ਪ੍ਰਭਾਵਸ਼ਾਲੀ ਰਹੇ। ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਦੂਸਰੀ ਜਿਹੜੀ ਗੱਲ ਤੁਸੀਂ ਧਿਆਨ ਰੱਖਣੀ ਹੈ ਉਹ ਹੈ ਕਿ ਜੋ ਲੇਖ ਹੁੰਦਾ ਵਿਦਿਆਰਥੀਓ, ਉਹ ਵਿਚਾਰਾਂ ਦੀ ਇੱਕ ਲੜੀ ਹੁੰਦਾ। ਇੱਕ ਲੇਖ ਦੇ ਵਿੱਚ ਬਹੁਤ ਸਾਰੇ ਜਿਹੜੇ ਪੱਖ ਛੋਏ ਗਏ ਹੁੰਦੇ ਹੈ। ਜਦੋਂ ਆਪਾਂ ਕਿਸੇ ਦੇ ਜੀਵਨ ਦੀ ਗੱਲ ਕਰਦੇ ਹਾਂ ਤਾਂ ਜੀਵਨ ਦੇ ਬਹੁਤ ਸਾਰੇ ਪੱਖ ਹੋ ਸਕਦੇ, ਤਾਂ ਉਹਨਾਂ ਬਾਰੇ ਆਪਾਂ ਗੱਲ ਕਰਦੇ ਕਰਦੇ ਇੱਕ ਜੇ ਲੜੀ ਬਣਾ ਲਾਂਗੇ ਵਿਚਾਰਾਂ ਦੀ, ਤਾਂ ਸਾਨੂੰ ਲੇਖ ਨੂੰ ਸ਼ੁਰੂ ਕਰਨਾ, ਉਹਨੂੰ ਵਿਸਥਾਰ ਦੇਣਾ ਅਤੇ ਉਹਦਾ ਅੰਤ ਕਰਨਾ ਵੀ ਸਾਨੂੰ ਸੌਖਾ ਹੋ ਜੂ। ਜੇ ਅਸੀਂ ਕਿਸੇ ਦੀ ਜੀਵਨੀ ਲਿਖ ਰਹੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਉਸ ਲੇਖ ਨੂੰ ਸ਼ੁਰੂ ਤੋਂ ਸ਼ੁਰੂ ਕਰੀਏ ਜਿਸ ਤਰ੍ਹਾਂ ਉਹਨਾਂ ਦਾ ਜੀਵਨ ਸ਼ੁਰੂ ਹੋਇਆ ਨਾ। ਪਹਿਲਾਂ ਜਨਮ, ਮਾਤਾ ਪਿਤਾ, ਬਚਪਨ, ਫਿਰ ਉਹਨਾਂ 'ਚ ਜੀਵਨ 'ਚ ਜੋ ਉਹਨਾਂ ਨੇ ਕੰਮ ਕੀਤੇ ਅਤੇ ਅਖੀਰ 'ਤੇ ਅਸੀਂ ਉਹਨਾਂ ਦੇ ਜੀਵਨ ਵਿਹਾਰ ਦੇ ਆਧਾਰ 'ਤੇ ਇੱਕ ਵਧੀਆ ਸਿੱਟਾ ਕੱਢੀਏ। ਤਾਂ ਇੱਕ ਵਿਚਾਰਾਂ ਦੀ ਲੜੀ ਹੁੰਦੀ ਹੈ। ਜਦੋਂ ਤੁਹਾਨੂੰ ਕੋਈ ਵਿਸ਼ਾ ਦਿੱਤਾ ਜਾਂਦਾ ਤਾਂ ਤੁਸੀਂ ਉਹਨਾਂ ਵਿਚਾਰਾਂ ਦੀ ਇੱਕ ਲੜੀ ਬਣਾ ਲੈਣੀ ਹੈ। ਵਿਦਿਆਰਥੀਓ, ਕਿਸੇ ਵੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਹੁੰਦੇ ਹੈ ਕਿ ਇੱਕ ਵਿਸ਼ੇ ਨੂੰ ਲਿਖਣ ਲਈ ਵੀ ਕਈ ਤਰ੍ਹਾਂ ਦੇ ਸ਼ਬਦਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਤਾਂ ਜ਼ਰੂਰੀ ਹੈ ਕਿ ਜੇ ਅਸੀਂ ਕੋਈ ਵਿਸ਼ਾ ਲਿਖ ਰਹੇ ਹਾਂ, ਮੰਨ ਲਓ ਅੱਜ ਆਪਾਂ ਲੇਖ ਕਰ ਰਹੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਤਾਂ ਇਸ ਲੇਖ ਦੇ ਕਈ ਸਾਰੇ ਪੱਖ ਹੈ। ਇਸ ਦੇ ਸਮਾਜਿਕ ਪੱਖ ਵੀ ਹੈ, ਧਾਰਮਿਕ ਪੱਖ ਵੀ ਹੈ। ਤਾਂ ਚੰਗੇ ਜਿਹੜੇ ਸ਼ਬਦ ਹੈ ਉਹ ਅਸੀਂ ਉਹਨਾਂ ਦੀ ਵਰਤੋਂ ਕਰੀਏ। ਉਹਨਾਂ ਚੰਗੇ ਸ਼ਬਦਾਂ ਨਾਲ ਅਸੀਂ ਵਧੀਆ ਵਾਕ ਬਣਾਈਏ ਅਤੇ ਉਹਨਾਂ ਵਾਕਾਂ ਦੇ ਨਾਲ ਫਿਰ ਅਸੀਂ ਇੱਕ ਵਧੀਆ ਪੈਰਿਆਂ ਦਾ ਨਿਰਮਾਣ ਕਰਕੇ ਲੇਖ ਦੀ ਸਿਰਜਣਾ ਕਰੀਏ। ਕਿਉਂਕਿ ਜਿਹੜੇ ਸ਼ਬਦ ਕਈ ਤਰ੍ਹਾਂ ਦੇ ਹੁੰਦੇ ਹੈ, ਤਾਂ ਜ਼ਰੂਰੀ ਹੈ ਕਿ ਜਿਸ ਵਿਸ਼ੇ 'ਤੇ ਤੁਸੀਂ ਗੱਲ ਕਰ ਰਹੇ ਹੋ ਸ਼ਬਦ ਉਸ ਵਿਸ਼ੇ ਨਾਲ ਢੁਕਦੇ ਹੋਣ। ਜ਼ਰੂਰੀ ਹੈ ਇਹ, ਕਿਉਂਕਿ ਕਈ ਵਾਰੀ ਅਸੀਂ ਮੰਨ ਲਓ ਅਸੀਂ ਗੁਰੂਆਂ ਬਾਰੇ ਗੱਲ ਕਰਦੇ ਹਾਂ ਨਾ, ਗੁਰਮਤਿ ਕਾਵਿ ਆਪਾਂ ਪੜ੍ਹਦੇ ਹਾਂ, ਤਾਂ ਆਪਾਂ ਜਦੋਂ ਦੂਸਰੇ 9ਵੀਂ 'ਚ ਪੜ੍ਹਦੇ ਸੀ, ਦੂਜੇ ਕਵੀਆਂ ਬਾਰੇ ਆਪਾਂ ਗੱਲ ਕਰਦੇ ਸੀ ਤਾਂ ਆਪਾਂ ਕਹਿੰਦੇ ਸੀਗੇ ਕਿ ਵਿਆਖਿਆ ਕਰਦੇ ਕਿ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਜਾਂ ਇਹ ਕਵੀ ਕਹਿੰਦਾ ਹੈ ਨਾ। ਜਦੋਂ ਅਸੀਂ ਗੁਰੂਆਂ ਬਾਰੇ ਗੱਲ ਕਰਦੇ ਹਾਂ ਤਾਂ ਉੱਥੇ ਅਸੀਂ ਕਹਿੰਦਾ ਜਾਂ ਕਹਿੰਦੇ ਸ਼ਬਦ ਨਹੀਂ ਵਰਤਦੇ, ਉੱਥੇ ਅਸੀਂ ਸ਼ਬਦ ਵਰਤਦੇ ਹਾਂ ਫਰਮਾਉਂਦੇ ਹਨ, ਗੁਰੂ ਜੀ ਫਰਮਾਉਂਦੇ ਹਨ। ਤਾਂ ਇਸ ਤਰ੍ਹਾਂ ਕਰਕੇ ਜਿਹੜੀ ਸ਼ਬਦਾਂ ਦੀ ਵਰਤੋਂ ਹੈ ਉਹ ਤੁਹਾਡੀ ਲਿਖਤ ਨੂੰ ਵਧੀਆ ਬਣਾ ਸਕਦੀ ਹੈ ਅਤੇ ਤੁਹਾਡੀ ਭਾਵਨਾ ਨੂੰ ਵੀ ਪ੍ਰਗਟ ਕਰਦੀ ਹੈ।
ਚੌਥੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ, ਆਪਾਂ ਕਿਸੇ ਵੀ ਵਿਸ਼ੇ ਤੇ ਗੱਲ ਕਰਦੇ ਹਾਂ ਤਾਂ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਦੀ ਗੱਲ ਨੂੰ ਪੁਖਤਾ ਰੂਪ ਵਿੱਚ ਕਹਿ ਸਕੀਏ ਤਾਂ ਕਿ ਸੁਣਨ ਵਾਲੇ ਤੇ ਉਹਦਾ ਜਿਹੜਾ ਵਧੀਆ ਪ੍ਰਭਾਵ ਆ ਉਹ ਪਵੇ। ਤਾਂ ਇਹ 3-4 ਗੱਲਾਂ ਦਾ ਤੁਸੀਂ ਧਿਆਨ ਰੱਖਣਾ ਵਿਦਿਆਰਥੀਓ। ਲੇਖ ਦੇ 3 ਹਿੱਸੇ ਕਰਨੇ ਆ। ਲੇਖ ਨੂੰ ਇੱਕ ਵਿਚਾਰਾਂ ਦੀ ਲੜੀ ਬਣਾ ਲੈਣਾ ਹੈ ਤੇ ਫਿਰ ਉਹਨੂੰ ਲਿਖਣਾ ਸ਼ੁਰੂ ਕਰਨਾ ਹੈ। ਤੇ ਲੇਖ ਲਿਖਣ ਲਈ ਸਹੀ ਸ਼ਬਦਾਂ, ਵਾਕਾਂ, ਪੈਰਿਆਂ ਦੀ ਤੁਸੀਂ ਵਰਤੋਂ ਕਰਨੀ ਹੈ ਤੇ ਆਪਣੀ ਗੱਲ ਨੂੰ ਤੁਸੀਂ ਪੁਖਤਾ ਕਰਨ ਲਈ ਜੇ ਨਾਲ ਢੁਕਵੇਂ ਹਵਾਲੇ ਦੇ ਸਕੋ ਤਾਂ ਉਹ ਬਹੁਤ ਖੂਬਸੂਰਤੀ ਹੋ ਜਾਂਦੀ ਹੈ। ਆਓ ਹੁਣ ਆਪਾਂ ਆਪਣੇ ਵਿਸ਼ੇ ਵੱਲ ਵਧਦੇ ਹਾਂ ਤੇ ਗੱਲ ਕਰਦੇ ਹਾਂ ਦਸਮ ਪਿਤਾ, ਦਸ਼ਮੇਸ਼ ਪਿਤਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਬਾਰੇ। ਵਿਦਿਆਰਥੀਓ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਜੋ ਹੈ ਉਹਨਾਂ ਦੇ ਇਸ ਸੰਸਾਰ ਵਿੱਚ ਆਉਣ ਨਾਲ ਇੱਕ ਬਹੁਤ ਵੱਡਾ ਪਰਿਵਰਤਨ ਹੋਇਆ। ਉਹ ਸਿੱਖਾਂ ਦੇ 10ਵੇਂ ਗੁਰੂ ਸਨ ਤੇ ਉਹਨਾਂ ਦੀ ਸ਼ਖਸੀਅਤ ਨਾਲ ਜਿਹੜਾ ਸਿੱਖ ਧਰਮ ਦਾ ਮੂੰਹ ਮੁਹਾਂਦਰਾ ਹੈ ਉਹ ਬਿਲਕੁਲ ਬਦਲ ਗਿਆ ਤੇ ਜੋ ਸਿੱਖੀ ਹੈ ਉਹ ਨਵੇਂ ਰੂਪ ਵਿੱਚ ਉੱਭਰ ਕੇ ਸਾਹਮਣੇ ਹੈ, ਜੋ ਅੱਜ ਸਾਡੇ ਸਾਹਮਣੇ ਹੈ। ਉਹ ਬੜੀ ਵਿਸ਼ਾਲ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਬਾਰੇ ਅਸੀਂ ਜਿੰਨੀ ਵੀ ਚਰਚਾ ਕਰ ਲਈਏ ਘੱਟ ਹੈ, ਪਰ ਸਮਾਂ ਤੇ ਤੁਹਾਡੇ ਵਿਸ਼ੇ ਦੇ ਅਨੁਸਾਰ ਅਸੀਂ ਇੱਕ 22ਵੀਂ ਚਰਚਾ ਉਹਨਾਂ ਬਾਰੇ ਕਰਾਂਗੇ। ਉਹਨਾਂ ਦੀ ਸ਼ਖਸੀਅਤ ਨੂੰ ਪ੍ਰਗਟ ਕਰਦੀਆਂ ਇਹ ਲਾਈਨਾਂ ਤੁਸੀਂ ਇੱਥੇ ਪੜ੍ਹ ਰਹੇ ਹੋਵੋਗੇ। चिड़ियों से मैं बाज तड़ाऊँ, गिद्दड़ों से मैं शेर बनाऊँ, 1.25 लाख से एक लड़ाऊँ, तबे गोबिंद सिंह नाम कहूँ। ਤਾਂ ਐਸੀ ਸ਼ਖਸੀਅਤ ਸੀ ਉਹਨਾਂ ਦੀ। ਉਹਨਾਂ ਨੇ ਚਿੜੀਆਂ ਨੂੰ ਬਾਜਾਂ ਨਾਲ ਲੜਨ ਦੇ ਕਾਬਲ ਕਰ ਦਿੱਤਾ ਕਿਉਂਕਿ ਸਮਾਂ ਅਜਿਹਾ ਸੀਗਾ ਕਿ ਲੋਕਾਂ ਨੂੰ ਹੌਸਲੇ ਤੇ ਅਗਵਾਈ ਦੀ ਲੋੜ ਸੀ ਤੇ ਉਹ ਹੌਸਲਾ ਤੇ ਅਗਵਾਈ ਗੁਰੂ ਜੀ ਨੇ ਬਖੂਬੀ ਦਿੱਤੀ ਸਮਾਜ ਨੂੰ। ਆਓ ਆਪਾਂ ਹੁਣ ਗੁਰੂ ਜੀ ਦੇ ਜੀਵਨ ਬਾਰੇ ਪੜ੍ਹਦੇ ਹਾਂ। ਵਿਦਿਆਰਥੀਓ, ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ ਹੈ। ਪਹਿਲੇ ਗੁਰੂ ਨਾਨਕ ਦੇਵ ਜੀ ਸਨ ਤੇ ਉਹਨਾਂ ਤੋਂ ਬਾਅਦ ਜਿਹੜੀ ਗੁਰਗੱਦੀ ਹੈ ਉਹ ਤੁਰਦੀ ਆਈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਗੁਰੂ ਹਰਗੋਬਿੰਦ ਜੀ ਦੇ ਨਾਲ ਜਿਹੜਾ ਸਿੱਖ ਧਰਮ ਹੈ ਉਹਦਾ ਮੂੰਹ ਮੁਹਾਂਦਰਾ ਬਦਲਿਆ। ਉਦੋਂ ਜਿਹੜਾ ਵਿਵਹਾਰ ਸੀ ਉਹ ਬਦਲ ਗਿਆ। ਸ਼ਸਤਰਾਂ ਨੂੰ ਧਾਰਨ ਕੀਤਾ ਗਿਆ। ਮੀਰੀ ਪੀਰੀ ਜਿਹੜੀ ਸੀ ਉਹ ਸਿੱਖ ਧਰਮ ਦੇ ਵਿੱਚ ਆ ਗਈ। ਉਸ ਤੋਂ ਬਾਅਦ ਵੱਡੀ ਘਟਨਾ ਹੁੰਦੀ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਗੱਦੀ 'ਤੇ ਬਿਰਾਜਮਾਨ ਹੁੰਦੇ ਆ ਤੇ ਉਹ ਸਾਰੇ ਸਿੱਖ ਪੰਥ ਦੀ ਅਗਵਾਈ ਕਰਦੇ। ਗੁਰੂ ਜੀ ਦੀ ਸ਼ਖਸੀਅਤ ਬਹੁਤ ਵਿਸ਼ਾਲ ਸੀ ਵਿਦਿਆਰਥੀਓ। ਉਹ ਇੱਕ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ, ਦੁਖੀਆਂ ਦੇ ਦੂਰ ਕਰਨ ਵਾਲੇ ਮੰਨੇ ਗਏ। ਗੁਰੂ ਜੀ ਦੀ ਮਹਿਮਾ ਬਾਰੇ ਭਾਈ ਗੁਰਦਾਸ ਜੀ ਲਿਖਦੇ ਹੈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਜੀ ਨੇ ਅਜਿਹੀਆਂ ਉਦਾਹਰਨਾਂ ਪੇਸ਼ ਕੀਤੀਆਂ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਮਾਣ ਦਿੱਤਾ। ਉਹਨਾਂ ਨੇ ਗੁਰੂ ਦਾ ਰੋਲ ਵੀ ਨਿਭਾਇਆ, ਉਹਨਾਂ ਨੇ ਚੇਲੇ ਦਾ ਰੋਲ ਵੀ ਨਿਭਾਇਆ। ਉਹ ਉਪਦੇਸ਼ਕ ਵੀ ਬਣੇ ਤੇ ਉਹ ਸੰਗਤ ਵੀ ਬਣੀ। ਉਹਨਾਂ ਨੇ ਲੋਕਾਂ ਨੂੰ ਅਹਿਸਾਸ ਦਿਵਾਇਆ ਕਿ ਤੁਸੀਂ ਹੀ ਮਹਾਨ ਹੋ, ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹੀ ਮਹਾਨ ਹੈ। ਆਪਦੀ ਤਾਕਤ ਨੂੰ ਪਹਿਚਾਨੋ ਤੇ ਜੋ ਤੁਹਾਡੇ ਤੇ ਜ਼ੁਲਮ ਹੋ ਰਿਹਾ ਉਹਨਾਂ ਦੇ ਵਿਰੁੱਧ ਖੜੇ ਹੋ। ਆਪਾਂ ਥੋੜ੍ਹਾ ਜਿਹਾ ਉਹਨਾਂ ਦੇ ਜਨਮ ਤੇ ਮਾਤਾ ਪਿਤਾ ਬਾਰੇ ਗੱਲ ਕਰ ਲਈਏ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਗੁਰੂ ਅਰਜਨ ਦੇਵ ਜੀ ਗੁਰੂ ਜੀ ਦੇ ਪਿਤਾ ਜੀ ਸਨ। ਉਹਨਾਂ ਦਾ ਜਨਮ 1666 ਈਸਵੀ ਦੇ ਵਿੱਚ ਪਟਨਾ ਸਾਹਿਬ ਵਿਖੇ ਹੋਇਆ ਤੇ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ। ਪਿਤਾ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਤੇ ਮਾਤਾ ਗੁਜਰੀ ਜੀ। ਗੁਰੂ ਜੀ ਬਚਪਨ ਤੋਂ ਹੀ ਇਸ ਤਰ੍ਹਾਂ ਦੀਆਂ ਰੁਚੀਆਂ ਵਾਲੇ ਸਨ ਵਿਦਿਆਰਥੀਓ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਹੋਣਹਾਰ ਦੇ ਜਿਹੜੇ ਤੱਤ ਹੈ ਉਹਨਾਂ ਵਿੱਚ ਦਿਖਾਈ ਦੇਣੇ ਸ਼ੁਰੂ ਹੋ ਗਏ ਸੀ ਬਚਪਨ ਤੋਂ ਹੀ। ਤੇ ਬਚਪਨ ਤੋਂ ਹੀ ਉਹ ਆਪਣੇ ਸਾਥੀਆਂ ਦੇ ਨਾਲ ਪਾਰਟੀਆਂ ਬਣਾ ਕੇ ਨਕਲੀ ਲੜਾਈਆਂ ਲੜਦੇ ਕਿਉਂਕਿ ਆਸੇ-ਪਾਸੇ ਦਾ ਮਾਹੌਲ ਇਸ ਤਰ੍ਹਾਂ ਦਾ ਸੀ। ਗੁਰੂ ਹਰਗੋਬਿੰਦ ਜੀ ਅਜਿਹੀਆਂ ਲੜਾਈਆਂ ਲੜ ਚੁੱਕੇ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋ ਚੁੱਕੀ ਸੀ ਤੇ ਬਾਕੀ ਜੋ ਗੁਰੂ ਹੁੰਦੇ ਆ ਉਹ ਸਮਰੱਥ ਹੁੰਦੇ ਆ। ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਜਿਹੜੀਆਂ ਸਥਿਤੀਆਂ ਹੈ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ, ਤਾਂ ਉਹ ਆਪਦੇ ਆਪ ਨੂੰ ਉਹਨਾਂ ਲਈ ਤਿਆਰ ਕਰਨ ਲੱਗਦੇ ਆ। ਇਸੇ ਤਰ੍ਹਾਂ ਹੀ ਗੁਰੂ ਜੀ ਬਚਪਨ ਦੇ ਵਿੱਚ ਆਪਣੇ ਸਾਥੀਆਂ ਨਾਲ ਛੋਟੀਆਂ-ਛੋਟੀਆਂ ਫੌਜਾਂ ਬਣਾ ਲੈਂਦੇ,
ਫਿਰ ਉਹਨਾਂ ਨਾਲ ਲੜਾਈਆਂ ਕਰਦੇ, ਨਕਲੀ ਲੜਾਈਆਂ ਕਰਕੇ ਉਹਨਾਂ ਨੂੰ ਲੜਾਈਆਂ ਦੇ ਗੁਰ ਸਿਖਾਉਂਦੇ। ਤਾਂ ਬਚਪਨ ਤੋਂ ਹੀ ਉਹਨਾਂ ਦੇ ਵਿੱਚ ਇਹ ਦਿਖਣ ਲੱਗ ਗਿਆ ਸੀ ਕਿ ਜੋ ਜ਼ੁਲਮ ਮੁਗਲ ਸਰਕਾਰ ਕਰਦੀ ਆ ਰਹੀ ਹੈ ਉਸ ਦਾ ਜਿਹੜਾ ਢੁਕਵਾਂ ਜਵਾਬ ਹੈ ਉਹ ਆਉਣ ਵਾਲੇ ਸਮੇਂ 'ਚ ਇਹ ਦੇਣਗੇ। ਕਿਉਂਕਿ ਉਦੋਂ ਤੱਕ ਜਿਵੇਂ ਕਹਿ ਦਿੰਦੇ ਨਾ ਕਿ ਪਾਪ ਦਾ ਜਿਹੜਾ ਘੜਾ ਹੈ ਉਹ ਭਰ ਗਿਆ। ਉਦੋਂ ਤੱਕ ਜੋ ਮੁਗਲ ਹਕੂਮਤਾਂ ਸਨ ਉਹ ਇੰਨੇ ਜ਼ੁਲਮ ਲੋਕਾਂ 'ਤੇ ਕਰ ਚੁੱਕੀਆਂ ਸਨ ਕਿ ਉਹਨਾਂ ਦਾ ਹੁਣ ਨਿਬੇੜਾ ਹੋਣਾ ਜ਼ਰੂਰੀ ਸੀ। ਜਿਹੜੀ ਅੱਤ ਉਹਨਾਂ ਨੇ ਚੱਕੀ ਹੋਈ ਸੀ, ਜ਼ਰੂਰੀ ਸੀ ਕਿ ਕੋਈ ਉਹਨਾਂ ਦੀ ਅੱਤ ਨੂੰ ਸਿੱਧੇ ਤਰੀਕੇ ਨਾਲ ਲਲਕਾਰਦਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਇਸ ਅੱਤ ਨੂੰ ਲਲਕਾਰਨ ਦਾ ਇੱਕ ਅਲੱਗ ਤਰੀਕਾ ਅਪਣਾਇਆ। ਉਹਨਾਂ ਨੇ ਸ਼ਾਂਤੀ ਨਾਲ ਆਪਣੀ ਸ਼ਹੀਦੀ ਦਿੱਤੀ। ਤਾਂ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਨਵੇਂ ਤਰੀਕੇ ਨਾਲ ਜਵਾਬ ਦੇਣ ਦਾ ਜਿਹੜਾ ਮਨ ਹੈ ਉਹ ਬਣਾਇਆ। ਵਿਦਿਆਰਥੀਓ, ਕਿਸੇ ਵੀ ਮਹਾਨ ਵਿਅਕਤੀ ਲਈ, ਕਿਸੇ ਵੀ ਮਹਾਨ ਸ਼ਖਸੀਅਤ ਲਈ ਜ਼ਰੂਰੀ ਹੈ ਕਿ ਉਹ ਸਰਵ ਕਲਾ ਸੰਪੰਨ ਹੋਵੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਗੁਰੂ ਜੀ ਬਚਪਨ ਵਿੱਚ ਹੀ ਆਪਣੇ ਸਾਥੀਆਂ ਨਾਲ ਛੋਟੀਆਂ ਛੋਟੀਆਂ ਨਕਲੀ ਲੜਾਈਆਂ ਕਰਦੇ, ਉਹਨਾਂ ਨੂੰ ਲੜਾਈਆਂ ਦੇ ਗੁਰ ਸਿਖਾਉਂਦੇ ਅਤੇ ਜਿਹੜੀ ਬਹਾਦਰੀ ਦੇ ਗੁਣ ਹੈ ਉਹਨਾਂ 'ਚ ਵੀ ਪੈਦਾ ਉਹ ਕਰਨ ਲੱਗੇ। ਤਾਂ ਜਦੋਂ ਉਹ ਆਪਣੇ ਮਾਤਾ ਪਿਤਾ ਜੀ ਨਾਲ 1672 ਈਸਵੀ ਦੇ ਵਿੱਚ ਪਟਨਾ ਸਾਹਿਬ ਛੱਡ ਕੇ ਅਨੰਦਪੁਰ ਸਾਹਿਬ ਆ ਗਏ ਤਾਂ ਇੱਥੇ ਰਹਿ ਕੇ ਉਹਨਾਂ ਨੇ ਧਾਰਮਿਕ ਵਿੱਦਿਆ ਦੇ ਨਾਲ ਨਾਲ ਹੀ ਸ਼ਸਤਰ ਵਿੱਦਿਆ ਉਹ ਵੀ ਸਿੱਖਣੀ ਸ਼ੁਰੂ ਕੀਤੀ। ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਭਾਸ਼ਾਵਾਂ ਹੈ ਉਹਨਾਂ ਦਾ ਗਿਆਨ ਸੀਗਾ। ਗੁਰੂ ਜੀ ਨੇ ਬਚਪਨ ਦੇ ਵਿੱਚ ਹੀ ਪੰਜਾਬੀ, ਫਾਰਸੀ, ਹਿੰਦੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਲਿਆ ਸੀ। ਤਾਂ ਇਹ ਕਹਿ ਲਓ ਕਿ ਵਿੱਦਿਆ ਦੇ ਤੌਰ 'ਤੇ ਉਹ ਇੱਕ ਮਹਾਨ ਵਿਦਵਾਨ ਬਣਨ ਵੱਲ ਵੱਧ ਰਹੇ ਸਨ ਅਤੇ ਉਹ ਬਣੇ ਵੀ। ਅਤੇ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਹੈ ਉਹਨਾਂ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਇੱਥੇ ਰਹਿ ਕੇ ਗੁਰੂ ਜੀ ਨੇ ਜਿਹੜੀ ਸ਼ਸਤਰ ਵਿੱਦਿਆ ਹੈ ਉਹ ਹਾਸਿਲ ਕੀਤੀ, ਕਿਉਂਕਿ ਇਹ ਜੰਗਾਂ ਯੁੱਧਾਂ ਦਾ ਸਮਾਂ ਸੀ। ਗੁਰੂ ਤੇਗ ਬਹਾਦਰ ਜੀ ਵੀ ਇਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਜੀਵਨ ਹੈ ਉਹ ਗੁਰੂ ਸਾਹਿਬ ਦਾ ਬਹੁਤ ਕਠਿਨ ਹੋਣ ਜਾ ਰਿਹਾ ਹੈ, ਕਿਉਂਕਿ ਜਿਹੜੇ ਗੁਰੂ ਹੁੰਦੇ ਆ ਉਹ ਜਾਣੀ ਜਾਣ ਹੁੰਦੇ ਆ। ਉਹ ਹਾਲਾਤਾਂ ਦੀ ਕਹਿ ਲਓ ਕਿ ਵਿਆਖਿਆ ਕਰ ਲੈਂਦੇ ਆ ਕਿ ਆਉਣ ਵਾਲੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ। ਜਿਸ ਤਰ੍ਹਾਂ ਦੇ ਹਾਲਾਤ ਅੱਜ ਹੈ ਤਾਂ ਸਿਆਣੇ ਜਿਹੜੇ ਲੋਕ ਹੁੰਦੇ ਆ, ਜਿਹੜੇ ਮਹਾਨ ਲੋਕ ਹੁੰਦੇ ਆ, ਉਹ ਆਉਣ ਵਾਲੇ ਹਾਲਾਤਾਂ ਦਾ ਅੰਦਾਜ਼ਾ ਅੱਜ ਦੇ ਹਾਲਾਤਾਂ ਤੋਂ ਲਾ ਲੈਂਦੇ। ਤਾਂ ਗੁਰੂ ਜੀ ਨੇ ਸ਼ਸਤਰ ਵਿੱਦਿਆ ਹਾਸਿਲ ਕੀਤੀ। ਸ਼ਸਤਰਾਂ ਦੇ ਵਿੱਚ ਉਹ ਨਿਪੁੰਨ ਹੋ ਗਏ, ਕਿਉਂਕਿ ਉਸ ਸਮੇਂ ਜਿਹੜੇ ਇਹ ਦਿਖ ਰਹੇ ਹੋਣੇ ਤੁਹਾਨੂੰ ਕੁਝ ਕੁ ਸ਼ਸਤਰ, ਇੱਥੇ ਮੈਂ ਤਸਵੀਰ ਲਗਾਈ ਹੋਈ ਹੈ, ਇਸ ਤਰ੍ਹਾਂ ਦੇ ਜਿਹੜੇ ਸ਼ਸਤਰ ਵਰਤੇ ਜਾਂਦੇ ਸੀ। ਕਿਉਂਕਿ ਜੋ ਅੱਜ ਹਥਿਆਰ ਵਰਤੇ ਜਾਂਦੇ ਆ, ਸਮਾਂ ਬਹੁਤ ਬਦਲ ਗਿਆ। ਉਸ ਸਮੇਂ ਇਹ ਨਹੀਂ ਸਨ ਅਤੇ ਉਦੋਂ ਜਿਹੜੀਆਂ ਲੜਾਈਆਂ ਉਹ ਹੱਥਾਂ ਨਾਲ ਹੀ ਲੜੀਆਂ ਜਾਂਦੀਆਂ ਸੀ ਪਿਆਰੇ ਵਿਦਿਆਰਥੀਓ। ਅਤੇ ਉਹਨਾਂ ਲਈ ਤੀਰ, ਤਲਵਾਰ, ਕਮਾਨ, ਭਾਲੇ, ਇਸ ਤਰ੍ਹਾਂ ਦੇ ਜਿਹੜੇ ਹਥਿਆਰ ਆ ਉਹ ਵਰਤੇ ਜਾਂਦੇ ਸਨ ਪਿਆਰੇ ਵਿਦਿਆਰਥੀਓ ਉਦੋਂ। ਤਾਂ ਉਹਨਾਂ ਨੇ ਜਿਹੜੀ ਸ਼ਸਤਰਾਂ ਦੀ ਵਿੱਦਿਆ ਪੂਰੀ ਹਾਸਿਲ ਕਰ ਲਈ ਅਤੇ ਪੂਰੇ ਨਿਪੁੰਨ ਹੋ ਗਏ। ਉਸ ਤੋਂ ਅੱਗੇ ਉਹਨਾਂ ਦੇ ਜੀਵਨ ਨੇ ਕੀ ਪਲਟਾ ਲਿਆ। ਸ਼ਾਇਦ ਇਹ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਘਟਨਾ ਸੀ, ਜਿੱਥੋਂ ਗੁਰੂ ਜੀ ਦਾ ਜਿਹੜਾ ਜੀਵਨ ਹੈ ਉਹ ਪੂਰਾ ਬਦਲ ਗਿਆ। ਤਾਂ ਇਤਿਹਾਸ ਦੇ ਅਨੁਸਾਰ ਘਟਨਾ ਕੀ ਹੋਈ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਿੱਖਾਂ ਦੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ, ਉਹਨਾਂ ਕੋਲ ਕਸ਼ਮੀਰੀ ਪੰਡਤ ਆਏ, ਕਿਉਂਕਿ ਉਸ ਸਮੇਂ ਦੇ ਵਿੱਚ ਜੋ ਮੁਗਲ ਹਕੂਮਤ ਹੈ ਪਿਆਰੇ ਵਿਦਿਆਰਥੀਓ, ਉਹ ਆਮ ਲੋਕਾਂ ਨੂੰ ਮੁਸਲਮਾਨ ਬਣਾਉਣ 'ਤੇ ਤੁਲੀ ਹੋਈ ਸੀ। ਉਹਨਾਂ ਨੂੰ ਕਾਫਰ ਕਿਹਾ ਜਾਂਦਾ ਸੀ ਅਤੇ ਉਹਨਾਂ ਨੂੰ ਵੱਢ ਕੇ ਮਾਰਿਆ ਜਾਂਦਾ ਸੀ। ਜੀ ਉਹ ਇਸਲਾਮ ਨੂੰ ਕਬੂਲ ਨਹੀਂ ਕਰਦੇ ਸੀ ਤਾਂ ਉਹਨਾਂ ਦੀ ਜਾਨ ਲੈ ਲਈ ਜਾਂਦੀ ਸੀ। ਕਿਉਂਕਿ ਵਿਦਿਆਰਥੀਓ, ਹਰ ਧਰਮ ਦੇ ਵਿੱਚ ਕੁਝ ਅਜਿਹੇ ਸ਼ਾਸਕ ਕਈ ਵਾਰ ਆ ਜਾਂਦੇ ਆ ਜਿਹੜੇ ਉਸ ਧਰਮ ਦੇ ਬੁਨਿਆਦੀ ਅਸੂਲਾਂ 'ਤੇ ਅਮਲ ਨਹੀਂ ਕਰਦੇ ਅਤੇ ਕਈ ਵਾਰ ਉਹ ਇਸ ਤਰ੍ਹਾਂ ਦੀਆਂ ਬਦਨਾਮੀਆਂ ਦਾ ਕਾਰਨ ਬਣਦੇ। ਤਾਂ ਉਵੇਂ ਹੀ ਔਰੰਗਜ਼ੇਬ ਇਸ ਕੰਮ ਉੱਪਰ ਲੱਗਿਆ ਹੋਇਆ ਸੀ। ਤਾਂ ਉਹ ਬਹੁਤ ਸਾਰੇ ਜਿਹੜੇ ਉਦੋਂ ਆਮ ਇਨਸਾਨ ਸੀਗੇ, ਹਿੰਦੂ ਜਾਂ ਹੋਰ ਧਰਮਾਂ ਨਾਲ ਸੰਬੰਧ ਰੱਖਣ ਵਾਲੇ, ਜਿਹਨਾਂ ਨੂੰ ਕਾਫਰ ਕਿਹਾ ਜਾਂਦਾ ਸੀ, ਉਹਨਾਂ ਨੂੰ ਵੱਢ ਕੇ ਮੁਸਲਮਾਨ ਬਣਾਇਆ ਜਾ ਰਿਹਾ ਸੀ, ਉਹਨਾਂ ਨੂੰ ਧਰਮ ਤੋਂ ਭੜਕਾਇਆ ਜਾ ਰਿਹਾ ਸੀ। ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਬੜੀ ਮਹਾਨ ਸ਼ਖਸੀਅਤ ਸਨ, ਉਹਨਾਂ ਦਾ ਬੜਾ ਨਾਮ ਸੀ। ਅਤੇ ਜਦੋਂ ਕਸ਼ਮੀਰੀ ਪੰਡਤਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਦੁੱਖ ਹੈ ਜੇ ਉਹਨਾਂ ਨੂੰ ਕੋਈ ਦੂਰ ਕਰ ਸਕਦਾ ਹੈ ਤਾਂ ਉਹ ਗੁਰੂ ਤੇਗ ਬਹਾਦਰ ਜੀ। ਤਾਂ ਉਹ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਏ ਅਤੇ ਉਹਨਾਂ ਨੇ ਆਪਣੀ ਫਰਿਆਦ ਗੁਰੂ ਜੀ ਨੂੰ ਕੀਤੀ ਕਿ ਜੋ ਔਰੰਗਜ਼ੇਬ ਹੈ ਉਹਨਾਂ 'ਤੇ ਜ਼ੁਲਮ ਕਰ ਰਿਹਾ, ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਤਾਂ ਗੁਰੂ ਤੇਗ ਬਹਾਦਰ ਜੀ ਨੇ ਕੋਈ ਸੋਚ ਵਿਚਾਰ ਕੇ ਕਿਹਾ ਕਿ ਸਮਾਂ ਜਿਹੜਾ ਹੈ ਉਹ ਇਸ ਮੋੜ 'ਤੇ ਆ ਗਿਆ ਹੈ
ਕਿ ਹੁਣ ਇਹ ਲੋੜ ਹੈ ਕਿ ਕੋਈ ਬਹੁਤ ਵੱਡਾ ਇਨਸਾਨ ਆਪਣੀ ਕੁਰਬਾਨੀ ਦੇ, ਤੇ ਉਸ ਇਨਸਾਨ ਦੀ ਕੁਰਬਾਨੀ ਨਾਲ ਜਿਹੜੀ ਸਾਰੀ ਜਨਤਾ ਹੈ ਉਹ ਜਾਗ ਪਵੇ। ਤਾਂ ਇਤਿਹਾਸ ਕਹਿੰਦਾ ਹੈ ਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਸੀ ਤੇ ਗੁਰੂ ਸਾਹਿਬ ਕੋਲ ਹੀ ਬੈਠੇ ਸਨ। ਤਾਂ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਕਿਸੇ ਮਹਾਨ ਆਦਮੀ, ਮਹਾਨ ਵਿਅਕਤੀ, ਮਹਾਨ ਸ਼ਖਸੀਅਤ ਦੀ ਕੁਰਬਾਨੀ ਦੀ ਲੋੜ ਹੈ, ਤਾਂ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਪਿਤਾ ਜੀ, ਤੁਹਾਡੇ ਨਾਲੋਂ ਮਹਾਨ ਇਨਸਾਨ ਇਸ ਦੁਨੀਆ 'ਤੇ ਕੌਣ ਹੋ ਸਕਦਾ। ਸੁਣਨ ਨੂੰ ਸਾਨੂੰ ਇਹ ਗੱਲ ਸਧਾਰਨ ਜੀ ਹੋ ਸਕਦਾ ਲੱਗਦੀ ਹੋਵੇ ਅੱਜ ਦੇ ਹਾਲਾਤਾਂ ਦੇ ਵਿੱਚ, ਪਰ ਗੁਰੂ ਤੇਗ ਬਹਾਦਰ ਜੀ ਗੁਰੂ ਸਾਹਿਬ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਹੈਰਾਨ ਰਹਿ ਗਏ ਤੇ ਉਹਨਾਂ ਨੂੰ ਆਪਣੇ ਪੁੱਤਰ 'ਤੇ ਫਖਰ ਵੀ ਹੋਇਆ। ਤਾਂ ਉਹਨਾਂ ਨੇ ਕੁਰਬਾਨੀ ਦੇਣ ਦਾ ਮਨ ਬਣਾਇਆ। ਅਸਲ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਪਹਿਲਾਂ ਹੀ ਪਤਾ, ਪਿਆਰੇ ਵਿਦਿਆਰਥੀਓ, ਪਹਿਲਾਂ ਗੱਲ ਕੀਤੀ ਹੈ ਕਿ ਜੋ ਗੁਰੂ ਹੁੰਦੇ ਆ ਉਹ ਸਮਰੱਥ ਹੁੰਦੇ ਆ। ਉਹਨਾਂ ਨੂੰ ਪਤਾ ਸੀ ਕਿ ਜਿਹੜੇ ਅਜਿਹੇ ਹਾਲਾਤ ਆਉਣਗੇ ਤੇ ਉਹਨਾਂ ਨੂੰ ਆਪਣੀ ਜਿਹੜੀ ਮਹਾਨ ਕੁਰਬਾਨੀ ਹੈ ਉਹ ਦੇਣੀ ਪਵੇਗੀ। ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ। ਉਹਨਾਂ ਨੇ ਮੁਗਲ ਹਕੂਮਤ ਨੂੰ ਵੰਗਾਰਿਆ ਕਿ ਜੇ ਤੁਸੀਂ ਮੈਨੂੰ ਮੁਸਲਮਾਨ ਬਣਾ ਲਵੋ ਤਾਂ ਸਾਰੇ ਲੋਕ ਮੇਰੇ ਮਗਰ ਮੁਸਲਮਾਨ ਬਣ ਜਾਣਗੇ। ਤਾਂ ਗੁਰੂ ਸਾਹਿਬ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਗਏ। ਦਿੱਲੀ ਦੇ ਚਾਂਦਨੀ ਚੌਕ ਵਿਖੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ। ਪਿਆਰੇ ਵਿਦਿਆਰਥੀਓ, ਤਾਂ ਇਹ ਬਹੁਤ ਵੱਡੀ ਘਟਨਾ ਹੈ, ਇਤਿਹਾਸ ਦੀ ਵੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ। ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਗੱਦੀ 'ਤੇ ਬਿਰਾਜਮਾਨ ਹੋਏ ਤੇ 10ਵੇਂ ਗੁਰੂ ਦੇ ਨਾਮ ਨਾਲ ਉਹ ਜਾਣੇ ਜਾਣ ਲੱਗੇ ਤੇ ਉਹ ਸਿੱਖਾਂ ਦੀ ਅਗਵਾਈ ਕਰਨ ਲੱਗੇ। ਵਿਦਿਆਰਥੀਓ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਸਨ। ਉਹਨਾਂ ਨੇ ਸਾਰਾ ਦੇਖ ਲਿਆ ਕਿ ਹਾਲਾਤ ਕਿਸ ਪਾਸੇ ਨੂੰ ਜਾ ਰਹੇ ਹੈ। ਤਾਂ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਜ਼ੁਲਮ ਹੈ ਇਹਦਾ ਵਿਰੋਧ ਕਰਨਾ ਪੈਣਾ। ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੇ ਦੋਨੋਂ ਸਿਧਾਂਤ ਦਿੱਤੇ ਸੀ ਕਿ ਜੋ ਸਿੱਖ ਹੈ ਉਹਨਾਂ ਨੂੰ ਅਧਿਆਤਮਿਕ ਤੌਰ 'ਤੇ ਮਜ਼ਬੂਤ ਹੋਣ ਦੇ ਨਾਲ ਨਾਲ ਸਰੀਰਕ ਤੌਰ 'ਤੇ ਵੀ ਮਜ਼ਬੂਤ ਹੋਣਾ ਪਵੇਗਾ, ਸ਼ਸਤਰਧਾਰੀ ਹੋਣਾ ਪਵੇਗਾ ਤੇ ਤਲਵਾਰ ਚੱਕਣੀ ਪਏਗੀ, ਕਿਉਂਕਿ ਜਦੋਂ ਜ਼ੁਲਮ ਦੀ ਜਿਹੜੀ ਹੱਦ ਹੈ ਉਹ ਕੋਈ ਨਾ ਰਵੇ ਤਾਂ ਫਿਰ ਉਹਦਾ ਜਵਾਬ ਦੇਣਾ ਵੀ ਜ਼ਰੂਰੀ ਹੋ ਜਾਂਦਾ। ਤਾਂ ਗੁਰੂ ਸਾਹਿਬ ਨੇ ਜ਼ੁਲਮ ਦਾ ਵਿਰੋਧ ਕਰਨ ਦਾ ਮਨ ਬਣਾਇਆ। ਮੁਗਲਾਂ ਦੇ ਅਤਿਆਚਾਰਾਂ ਦੇ ਵਿਰੁੱਧ ਉਹਨਾਂ ਨੇ ਆਵਾਜ਼ ਜਿਹੜੀ ਉਠਾਉਣੀ ਸ਼ੁਰੂ ਕੀਤੀ। ਉਹਨਾਂ ਨੇ ਸਿੱਖ ਕੌਮ ਨੂੰ ਇਕਮੁੱਠ ਕੀਤਾ ਤੇ ਜਿਹੜੀ ਸ਼ਸਤਰ ਵਿੱਦਿਆ ਉਹ ਸਿੱਖੀ ਸੀ ਉਹਨਾਂ ਨੇ, ਗੁਰੂ ਸਾਹਿਬ ਨੇ, ਤਾਂ ਉਹਨਾਂ ਨੇ ਸੰਗਤਾਂ ਨੂੰ ਵੀ ਦੇਣੀ ਸ਼ੁਰੂ ਕੀਤੀ। ਤੇ ਨਾਲ ਨਾਲ ਜੋ ਸਿੱਖ ਸੰਗਤ ਗੁਰੂ ਜੀ ਦੀ ਸੰਗਤ ਕਰਨ ਵਾਸਤੇ ਆਉਂਦੀ ਸੀ, ਉਹਨਾਂ ਲਈ ਇਹ ਸੰਦੇਸ਼ ਭੇਜੇ ਕਿ ਉਹ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਫੌਜ ਦੇ ਵਿੱਚ ਭੇਜਣ, ਗੁਰੂ ਜੀ ਦੀ ਸੈਨਾ ਦੇ ਵਿੱਚ ਭਰਤੀ ਹੋਣ ਲਈ ਭੇਜਣ ਤੇ ਨਾਲ ਨਾਲ ਉਹ ਜੇ ਦੇ ਸਕਦੇ ਹੈ ਤਾਂ ਹਥਿਆਰ ਅਤੇ ਘੋੜੇ ਵੀ ਗੁਰੂ ਜੀ ਦੀ ਫੌਜ ਨੂੰ ਭੇਂਟ ਕਰਨ। ਤਾਂ ਸਿੱਖਾਂ ਨੇ ਗੁਰੂ ਜੀ ਦੇ ਇਸ ਹੁਕਮ ਨੂੰ ਸਿਰ ਮੱਥੇ ਲਿਆ ਤੇ ਉਹ ਗੁਰੂ ਜੀ ਦੀ ਹਰ ਮਦਦ ਕਰਨ ਲਈ ਤਿਆਰ ਹੋ ਗਏ। ਜਿਹੜੀ ਕੌਮ ਨੂੰ ਦਬਾਇਆ ਗਿਆ ਸੀਗਾ, ਕਹਿ ਲਓ ਕਿ ਚਿੜੀਆਂ ਬਣਾਇਆ ਗਿਆ ਸੀ, ਉਹ ਬਾਜ ਬਣਨ ਦਾ ਉਹਨਾਂ ਦਾ ਸਮਾਂ ਆ ਗਿਆ ਸੀ। ਤਾਂ ਇਸ ਤਰ੍ਹਾਂ ਵਿਦਿਆਰਥੀਓ ਗੁਰੂ ਜੀ ਦਾ ਜੀਵਨ ਅੱਗੇ ਵਧਿਆ। ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜੇ ਯੁੱਧ ਲੜਨੇ ਪਏ ਉਹ ਪਹਾੜੀ ਰਾਜਿਆਂ ਨਾਲ ਲੜਨੇ ਪਏ, ਕਿਉਂਕਿ ਉਸ ਸਮੇਂ ਪਹਾੜੀ ਰਾਜੇ ਇੱਕ ਹਿੱਸੇ 'ਤੇ ਸ਼ਾਸਨ ਕਰ ਰਹੇ ਸੀ ਤੇ ਉਹਨਾਂ ਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸ਼ਕਤੀ ਹੈ ਉਹ ਵੱਧ ਰਹੀ ਹੈ, ਲੋਕ ਸ਼ਸਤਰਧਾਰੀ ਹੋ ਰਹੇ ਹੈ, ਜਿਹੜੀਆਂ ਚਿੜੀਆਂ ਬਾਜ ਬਣਨ ਦੇ ਵਿੱਚ ਲੱਗੀਆਂ ਹੋਈਆਂ, ਤਾਂ ਉਹਨਾਂ ਤੋਂ ਇਹ ਚੀਜ਼ ਬਰਦਾਸ਼ਤ ਨਾ ਹੋਈ। ਉਹਨਾਂ ਨੇ ਗੁਰੂ ਜੀ 'ਤੇ ਚੜ੍ਹਾਈ ਕਰ ਦਿੱਤੀ। 1686 ਦੇ ਵਿੱਚ ਭੰਗਾਣੀ ਦਾ ਯੁੱਧ ਹੋਇਆ। ਇਸ ਲੜਾਈ ਦੇ ਵਿੱਚ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੂੰ ਕਰਾਰੀ ਹਾਰ ਹੋਈ। ਇਸ ਸਮੇਂ ਇੱਕ ਦੂਜੀ ਵੱਡੀ ਘਟਨਾ ਜਿਹੜੀ ਇਤਿਹਾਸ ਦੇ ਵਿੱਚ ਵਿਦਿਆਰਥੀਓ ਹੋਈ, ਉਹ ਸੀ ਖਾਲਸਾ ਪੰਥ ਦੀ ਸਾਜਨਾ। ਇੱਥੋਂ ਪੂਰੀ ਤਰ੍ਹਾਂ ਜਿਹੜਾ ਸਿੱਖ ਧਰਮ ਹੈ ਇੱਕ ਮੋੜ ਕੱਟਦਾ। ਗੁਰੂ ਜੀ ਨੇ ਇਹ ਧਾਰ ਲਿਆ ਕਿ ਜੇ ਮੁਗਲਾਂ ਦੇ ਜ਼ੁਲਮਾਂ ਦਾ ਜਵਾਬ ਦੇਣਾ ਹੈ ਤਾਂ ਜ਼ਰੂਰੀ ਹੈ ਕਿ ਜੋ ਲੋਕ ਹੈ ਉਹਨਾਂ ਦੇ ਹੌਸਲੇ ਬੁਲੰਦ ਹੋਣ, ਉਹਨਾਂ ਦੇ ਹੌਸਲੇ ਬੁਲੰਦ ਹੋਣ, ਉਹ ਸ਼ਸਤਰਧਾਰੀ ਹੋਣ। ਤਾਂ ਗੁਰੂ ਸਾਹਿਬ ਨੇ ਅਨੰਦਪੁਰ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ। ਉਹਨਾਂ ਨੇ ਲੋਕਾਂ ਤੋਂ ਮੰਗ ਕੀਤੀ ਕਿ ਅੱਜ ਸਮਾਂ ਆ ਗਿਆ ਹੈ ਸਿਰ ਵਾਰਨ ਦਾ ਤੇ ਮੈਨੂੰ ਸਿਰਾਂ ਦੀ ਲੋੜ ਹੈ। ਇਸ ਤਰ੍ਹਾਂ ਉਹਨਾਂ ਨੇ ਆਵਾਜ਼ ਲਗਾਈ
ਤੇ ਲੋਕਾਂ ਦੇ ਹੌਸਲੇ ਵੀ ਬੁਲੰਦ ਸਨ ਤੇ ਉਹਨਾਂ ਨੇ ਆ ਕੇ ਆਪਣੇ ਸੀਸ ਗੁਰੂ ਜੀ ਨੂੰ ਭੇਂਟ ਕੀਤੇ ਤੇ ਇੱਥੇ 5 ਪਿਆਰਿਆਂ ਦੀ ਸਾਜਨਾ ਗੁਰੂ ਸਾਹਿਬ ਨੇ ਕੀਤੀ। ਸਭ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਤੋਂ ਖੁਦ ਅੰਮ੍ਰਿਤ ਛਕਿਆ, ਆਪੇ ਗੁਰਚੇਲਾ ਬਣੇ। ਅੰਮ੍ਰਿਤ ਛਕਾਉਣ ਤੋਂ ਬਾਅਦ ਉਹਨਾਂ ਨੇ ਹਰ ਇੱਕ ਸਿੱਖ ਨੂੰ ਇਹ ਆਦੇਸ਼ ਦਿੱਤਾ ਕਿ ਉਹ ਆਪਣੇ ਨਾਮ ਦੇ ਨਾਲ ਸਿੰਘ ਲਾਉਣ ਤੇ ਜੋ ਔਰਤਾਂ, ਸਿੱਖ ਔਰਤਾਂ ਆਪਣੇ ਨਾਮ ਦੇ ਨਾਲ ਕੌਰ ਲਾਉਣ। ਪਹਿਲਾਂ ਆਪਣੇ ਨਾਮ ਨਾਲ ਉਹ ਕੋਈ ਜਾਤੀ ਸੂਚਕ ਜਾਂ ਹੋਰ ਤਰ੍ਹਾਂ ਦੇ ਸ਼ਬਦ ਵਰਤਦੇ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਸ਼ਬਦ ਦਿੱਤੇ। ਇਸ ਤੋਂ ਅੱਗੇ ਉਹਨਾਂ ਨੇ 5 ਪਿਆਰੇ ਜਦੋਂ ਸਾਜ ਦਿੱਤੇ ਤਾਂ ਜਿਹੜਾ ਧਰਮ ਹੈ ਉਹ ਅੱਗੇ ਵਧਣ ਲੱਗਿਆ, ਪੰਥ ਅੱਗੇ ਵਧਣ ਲੱਗਿਆ। 5 ਕਕਾਰਾਂ ਦੇ ਧਾਰਨੀ ਉਹਨਾਂ ਨੇ ਸਿੱਖਾਂ ਨੂੰ ਬਣਾਇਆ ਗੁਰੂ ਸਾਹਿਬ ਨੇ। ਤਾਂ ਫੌਜ ਵੀ ਤਿਆਰ ਹੋਣ ਲੱਗੀ। ਜਦੋਂ ਫੌਜ ਤਿਆਰ ਹੋਣ ਲੱਗ ਗਈ ਤਾਂ ਸਮਰੱਥ ਹੋਣ ਲੱਗ ਗਏ ਸਿੱਖ, ਕਿਹੜਾ ਜ਼ੁਲਮ ਹੈ ਉਹਦਾ ਜਵਾਬ ਹੁਣ ਦਿੱਤਾ ਜਾ ਸਕਦਾ। ਤਾਂ ਖਾਲਸਾ ਪੰਥ ਦੀ ਸਾਜਨਾ ਇੱਕ ਬਹੁਤ ਵੱਡੀ ਘਟਨਾ ਸਾਬਤ ਹੋਈ, ਜਿਹਨੇ ਸਾਰਾ ਮੂੰਹ ਮਹਾਂਦਰਾਈ ਸਿੱਖ ਧਰਮ ਦਾ ਬਦਲ ਕੇ ਰੱਖ ਦਿੱਤਾ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਗੁਰੂ ਸਾਹਿਬ ਦੀ ਵੱਧਦੀ ਹੋਈ ਤਾਕਤ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀ। ਇੱਕ ਪਾਸੇ ਮੁਗਲ ਸੀ, ਦੂਸਰੇ ਪਾਸੇ ਪਹਾੜੀ ਰਾਜੇ ਸੀ। ਤਾਂ ਗੁਰੂ ਸਾਹਿਬ ਨੇ ਅਨੰਦਪੁਰ ਦੇ ਇਲਾਕੇ ਵਿੱਚ ਕਾਫੀ ਜੰਗਾਂ ਲੜੀਆਂ ਤੇ ਜਿੱਤੀਆਂ। ਪਰ ਹੁਣ ਜਿਹੜਾ ਸਮਾਂ ਹੈ ਉਹ ਬਹੁਤ ਪਰਿਵਰਤਨ ਦਾ ਆ ਗਿਆ। ਗੁਰੂ ਸਾਹਿਬ ਨੇ ਮੁਗਲਾਂ ਵਿਰੁੱਧ ਖੁੱਲ੍ਹਾ ਜੰਗ ਦਾ ਐਲਾਨ ਕਰ ਦਿੱਤਾ। ਅਨੰਦਪੁਰ ਦੇ ਕਿਲ੍ਹੇ ਵਿੱਚ ਗੁਰੂ ਸਾਹਿਬ ਨੂੰ ਬਹੁਤ ਵੱਡਾ ਘੇਰਾ ਪੈ ਗਿਆ। ਗੁਰੂ ਸਾਹਿਬ ਨੂੰ ਕਸਮਾਂ ਖਵਾ ਕੇ ਉੱਥੋਂ ਬਾਹਰ ਕਿਲ੍ਹੇ ਦੇ ਵਿੱਚੋਂ ਕੱਢਿਆ ਗਿਆ। ਜਦੋਂ ਉਹਨਾਂ ਨੂੰ ਧੱਕੇ ਨਾਲ ਨਹੀਂ ਕੱਢ ਸਕੇ ਤਾਂ ਗੁਰੂ ਸਾਹਿਬ ਜਦੋਂ ਉਸ ਕਿਲ੍ਹੇ ਨੂੰ ਛੱਡ ਦਿੰਦੇ ਹੈ ਤਾਂ ਜਿਹੜੀ ਮੁਗਲ ਹਕੂਮਤ ਹੈ, ਉਹਨਾਂ ਦੀ ਸੈਨਾ ਹੈ, ਉਹ ਆਪਣਾ ਵਾਅਦਾ ਤੋੜ ਕੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੰਦੀ ਹੈ। ਸਰਸਾ ਨਦੀ 'ਤੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ। ਉਹਨਾਂ ਦੇ 2 ਸਾਹਿਬਜ਼ਾਦੇ ਉਹਨਾਂ ਦੀ ਮਾਤਾ ਜੀ ਨਾਲ ਚਲੇ ਜਾਂਦੇ ਅਤੇ 2 ਸਾਹਿਬਜ਼ਾਦੇ ਉਹਨਾਂ ਦੇ ਨਾਲ ਆ ਜਾਂਦੇ। ਤਾਂ ਇਸੇ ਹੀ ਕੜੀ ਦੇ ਵਿੱਚ ਵਿਦਿਆਰਥੀਓ ਅੱਗੇ ਫਿਰ ਚਮਕੌਰ ਦਾ ਭਿਆਨਕ ਯੁੱਧ ਹੁੰਦਾ ਹੈ। ਚਮਕੌਰ ਦੇ ਵਿੱਚ, ਚਮਕੌਰ ਦੀ ਗੜੀ ਦੇ ਵਿੱਚ, ਜਿੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਲੜਦੇ ਸ਼ਹੀਦ ਹੋ ਜਾਂਦੇ ਹੈ। ਤੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਨਾਲ ਵੀ ਜਿਹੜੀਆਂ ਘਟਨਾਵਾਂ ਉਹ ਵਾਪਰ ਰਹੀਆਂ ਹੁੰਦੀਆਂ। ਪਿਆਰੇ ਵਿਦਿਆਰਥੀਓ, ਛੋਟੇ ਸਾਹਿਬਜ਼ਾਦੇ ਤੇ ਗੁਰੂ ਜੀ ਦੀ ਮਾਤਾ ਜੀ ਨੂੰ ਜੋ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ, ਉਹਨਾਂ ਕੋਲ ਪਕੜਵਾ ਦਿੱਤਾ ਜਾਂਦਾ ਗੰਗੂ ਦੁਆਰਾ। ਤੇ ਉਹ ਜ਼ਾਲਮ ਸੂਬੇਦਾਰ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੰਦਾ। ਤਾਂ ਗੁਰੂ ਜੀ ਦਾ ਸਾਰਾ ਪਰਿਵਾਰ ਜਿਹੜਾ ਹੈ ਉਹਨਾਂ ਨੇ ਆਪਣੇ ਵਾਰ ਦਿੱਤਾ ਹੈ। 4 ਸਾਹਿਬਜ਼ਾਦੇ ਤੇ ਉਹਨਾਂ ਦੇ ਮਾਤਾ ਜੀ ਇੱਥੋਂ ਤੱਕ ਸ਼ਹੀਦ ਹੋ ਜਾਂਦੇ ਹੈ। ਤੇ ਜਦੋਂ ਕਹਿੰਦੇ ਹੈ ਕਿ ਉਹਨਾਂ ਨੂੰ ਉਹਨਾਂ ਸਾਹਮਣੇ ਸਵਾਲ ਖੜਾ ਹੁੰਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਪਈਆਂ ਤੇ ਉਹ ਨਾਲ ਹੀ ਉਹਨਾਂ ਦੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ। ਤੇ ਸਾਹਿਬਜ਼ਾਦਿਆਂ ਦੇ ਲਾਸ਼ਾਂ ਬਾਰੇ ਜਦੋਂ ਗੱਲ ਹੁੰਦੀ ਹੈ ਕਿ ਉਹਨਾਂ 'ਤੇ ਕੱਪੜਾ ਪਾਇਆ ਜਾਵੇ, ਉਹਨਾਂ ਦਾ ਸਨਮਾਨ ਕੀਤਾ ਜਾਵੇ, ਤਾਂ ਗੁਰੂ ਸਾਹਿਬ ਇਹ ਕਹਿੰਦੇ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਗੁਰੂ ਸਾਹਿਬ ਨੇ ਸਾਰੇ ਪੰਥ ਨੂੰ ਆਪਦਾ ਪੁੱਤ ਬਣਾਇਆ, ਆਪਦਾ ਪਰਿਵਾਰ ਬਣਾਇਆ। ਤੇ ਉਹਨਾਂ ਨੇ ਕਿਹਾ ਕਿ ਆਪਣਾ ਜਿਹੜਾ ਪਰਿਵਾਰ ਹੈ ਉਹਨਾਂ ਨੇ ਸਾਰਾ ਪੰਥ ਤੋਂ ਵਾਰ ਦਿੱਤਾ ਹੈ। 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਜੇ 4 ਪੁੱਤ ਇਸ ਸੰਸਾਰ ਤੋਂ ਵਾਰੇ ਗਏ ਤਾਂ ਕੁਝ ਨਹੀਂ ਹੋਇਆ। ਮੇਰਾ ਸਾਰਾ ਖਾਲਸਾ ਜਿਉਂਦਾ ਹੈ, ਮੇਰੇ ਸਾਰੇ ਪੁੱਤ ਜਿਉਂਦੇ ਹੈ। ਜਿੰਨਾ ਚਿਰ ਉਹ ਜਿਉਂਦੇ ਰਹਿਣਗੇ ਉਹ ਜ਼ੁਲਮ ਦਾ ਮੁਕਾਬਲਾ ਕਰਦੇ ਰਹਿਣਗੇ। ਵਿਦਿਆਰਥੀਓ, ਇਸ ਤਰ੍ਹਾਂ ਗੁਰੂ ਸਾਹਿਬ ਦਾ ਜੀਵਨ ਚੱਲਦਾ ਰਿਹਾ ਤੇ ਅਖੀਰੀ ਪੜਾਅ 'ਤੇ ਪਹੁੰਚ ਗਿਆ। ਤਾਂ ਸਮਾਂ ਆ ਗਿਆ ਕਿ ਉਹਨਾਂ ਨੇ ਆਪਣੀ ਜਿਹੜੀ ਆਖਰੀ ਲੜਾਈ ਹੈ ਉਹ ਲੜੀ। ਆਖਰੀ ਲੜਾਈ ਉਹਨਾਂ ਨੇ ਆਪਣੀ ਖਿਦਰਾਣੇ ਦੀ ਢਾਬ 'ਤੇ ਲੜੀ। ਚਲਦੇ ਚਲਦੇ ਉਹ ਖਿਦਰਾਣੇ ਪਹੁੰਚੇ। ਇੱਕ ਟਿੱਬੀ ਉੱਪਰ ਉਹਨਾਂ ਨੇ ਆਸਣ ਲਾਏ। ਮੁਗਲ ਫੌਜਾਂ ਵੀ ਉਹਨਾਂ ਦਾ ਮੁਕਾਬਲਾ ਕਰਦੀਆਂ ਪਿੱਛਾ ਕਰਦੀਆਂ ਇੱਥੋਂ ਤੱਕ ਆ ਗਈਆਂ। ਤੇ ਇੱਥੇ ਗੁਰੂ ਸਾਹਿਬ ਦੇ ਨਾਲ ਜੋ 40 ਸਿੰਘ ਅਨੰਦਪੁਰ ਦੇ ਕਿਲ੍ਹੇ ਵਿੱਚ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ, ਉਹ ਵੀ ਇੱਥੇ ਆ ਕੇ ਗੁਰੂ ਸਾਹਿਬ ਦੇ ਨਾਲ ਰਲ ਗਏ। ਤਾਂ ਖਿਦਰਾਣੇ ਦੀ ਜਗ੍ਹਾ 'ਤੇ ਬਹੁਤ ਵੱਡੀ, ਪਿਆਰੇ ਵਿਦਿਆਰਥੀਓ, ਜੰਗ ਹੋਈ। ਮਾਈ ਭਾਗੋ 40 ਮੁਕਤੇ ਬੜੀ ਬਹਾਦਰੀ ਨਾਲ ਲੜੇ। ਤਾਂ ਇੱਥੇ 40 ਮੁਕਤੇ ਸ਼ਹੀਦ ਹੋ ਗਏ ਜੋ ਗੁਰੂ ਸਾਹਿਬ ਦਾ ਸਾਥ ਅਨੰਦਪੁਰ ਸਾਹਿਬ ਦੇ ਛੱਡ ਕੇ ਆਏ ਸੀ। ਗੁਰੂ ਸਾਹਿਬ ਨਾਲ ਆ ਕੇ ਰਲੇ ਤੇ ਬਹਾਦਰੀ ਨਾਲ ਲੜੇ ਤੇ ਲੜਦੇ ਸ਼ਹੀਦੀਆਂ ਪ੍ਰਾਪਤ ਕਰ ਗਏ।
ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਵਿਦਾਵਾ ਪਾੜ ਦਿੱਤਾ, ਉਹਨਾਂ ਨੇ ਟੁੱਟੀ ਗੰਢ ਲਈ। ਤਾਂ ਅੱਜ ਇੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ। ਸ਼੍ਰੀ ਮੁਕਤਸਰ ਸਾਹਿਬ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਗੁਰੂ ਸਾਹਿਬ ਨੇ ਜਿੱਥੇ ਆ ਕੇ ਆਸਣ ਲਾਏ ਉੱਥੇ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ। ਤਾਂ ਇਹ ਜੰਗ ਗੁਰੂ ਸਾਹਿਬ ਦੀ ਆਖਰੀ ਜੰਗ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਚਲੇ ਗਏ ਤਲਵੰਡੀ ਸਾਬੋ। ਇੱਥੇ ਰਹਿ ਕੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਰਚਨਾ ਸੀ ਉਹ ਪੂਰੀ ਕਰਵਾਈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਈ। ਇੱਕ ਹੋਰ ਘਟਨਾ ਇਸ ਸਮੇਂ ਹੁੰਦੀ ਹੈ। ਗੁਰੂ ਸਾਹਿਬ ਮੁਗਲ ਹਕੂਮਤ ਨੂੰ ਇੱਕ ਪੱਤਰ ਲਿਖਦੇ ਹੈ ਔਰੰਗਜ਼ੇਬ ਨੂੰ, ਜਿਹਦਾ ਨਾਮ ਸੀ ਜ਼ਫਰਨਾਮਾ। ਜ਼ਫਰਨਾਮੇ ਨੂੰ ਜਿੱਤ ਦੀ ਚਿੱਠੀ ਵੀ ਕਿਹਾ ਜਾਂਦਾ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਸ਼ਸਤਰਾਂ ਦੇ ਧਾਰਨੀ ਸੀਗੇ, ਪਰ ਉਹ ਇੱਕ ਮਹਾਨ ਕਵੀ ਅਤੇ ਅਧਿਆਤਮਵਾਦ ਦੇ ਗਿਆਤਾ ਵੀ ਗੁਰੂ ਸਾਹਿਬ ਸਨ। ਅਤੇ ਉਹਨਾਂ ਦੀ ਜਿਹੜੀ ਚਿੱਠੀ ਹੈ ਜਿਸ ਨੂੰ ਅਸੀਂ ਜ਼ਫਰਨਾਮੇ ਦੇ ਨਾਲ ਜਾਣਦੇ ਹਾਂ, ਉਹ ਅਜਿਹੀ ਔਰੰਗਜ਼ੇਬ ਲਈ ਘਾਤਕ ਸਿੱਧ ਹੋਈ ਕਿ ਉਹ ਸਭ ਕੁਝ ਆਪਣਾ ਹਾਰ ਬੈਠਾ। ਉਹਨਾਂ ਨੇ ਔਰੰਗਜ਼ੇਬ ਨੂੰ ਲਾਹਨਤਾਂ ਪਾਈਆਂ, ਉਹਨਾਂ ਦੇ ਬਾਦਸ਼ਾਹ ਹੋਣ 'ਤੇ ਲਾਹਨਤਾਂ ਪਾਈਆਂ ਕਿ ਜੇ ਤੁਸੀਂ ਆਪਦੀ ਜਨਤਾ, ਆਪਦੀ ਪ੍ਰਜਾ ਦੀ ਭਲਾ ਨਹੀਂ ਕਰ ਸਕਦੇ ਤਾਂ ਲੱਖ ਲਾਹਨਤ ਤੁਹਾਡੇ ਬਾਦਸ਼ਾਹ ਹੋਣ 'ਤੇ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਹਥਿਆਰ ਕਿਉਂ ਚੁੱਕੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਤਾਂ ਗੁਰੂ ਸਾਹਿਬ ਨੇ ਇਹ ਦੱਸਿਆ ਕਿ ਹੁਣ ਬਹੁਤ ਹੋ ਗਿਆ ਸੀ, ਅੱਤ ਬਹੁਤ ਹੋ ਗਈ ਸੀ। ਜ਼ਰੂਰੀ ਸੀ ਕਿ ਹੁਣ ਜਵਾਬ ਦਿੱਤਾ ਜਾਂਦਾ ਅਤੇ ਇੱਕ ਸੰਦੇਸ਼ ਸਭ ਨੂੰ ਦਿੱਤਾ ਜਾਂਦਾ ਕਿ ਖਾਲਸਾ ਕਮਜ਼ੋਰ ਨਹੀਂ ਹੈ। ਇਹ ਸਿਰਫ ਅਧਿਆਤਮਵਾਦ ਦੇ ਵਿੱਚ ਹੀ ਆਗੂ ਬਣਨ ਦੀ ਕਾਬਲੀਅਤ ਨਹੀਂ ਰੱਖਦਾ, ਇਹ ਜੰਗਾਂ ਯੁੱਧਾਂ ਦੇ ਵਿੱਚ ਇਹ ਜ਼ੁਲਮ ਦਾ ਖਾਤਮਾ ਤਲਵਾਰ ਨਾਲ ਕਰਨ ਦੇ ਵੀ ਸਮਰੱਥ ਹੈ। ਗੁਰੂ ਸਾਹਿਬ ਨੇ ਜ਼ਫਰਨਾਮੇ ਵਿੱਚ ਲਿਖਿਆ, ਚੂਕਾਰ ਅਸ ਹਮਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਜ਼ੁਲਮ ਦੀ ਹੱਦ ਹੋ ਜੇ, ਤੁਹਾਡੇ ਜ਼ੁਲਮ ਦੀ ਹੱਦ ਹੋ ਗਈ ਸੀ, ਕੋਈ ਹੀਲਾ ਹੋਰ ਨਾ ਬਚੇ ਤਾਂ ਤਲਵਾਰ ਚੱਕ ਲੈਣੀ ਕਿਤੇ ਵੀ ਗਲਤ ਨਹੀਂ। ਤਾਂ ਕਹਿੰਦੇ ਆ ਕਿ ਜ਼ਫਰਨਾਮਾ ਜੋ ਹੈ ਜਿੱਤ ਦੀ ਚਿੱਠੀ ਸਾਬਤ ਹੋਇਆ। ਜਿਵੇਂ ਜਿਵੇਂ ਇਸ ਜ਼ਫਰਨਾਮੇ ਨੂੰ ਔਰੰਗਜ਼ੇਬ ਪੜ੍ਹਦਾ ਗਿਆ, ਉਸ ਦਾ ਹੰਕਾਰ ਟੁੱਟਦਾ ਗਿਆ, ਉਸ ਨੂੰ ਆਪਣੇ ਆਪ 'ਤੇ ਸ਼ਰਮ ਆਉਣ ਲੱਗੀ ਅਤੇ ਕਹਿੰਦੇ ਇਸੇ ਹੀ ਸਦਮੇ ਨੇ ਉਸ ਦੀ ਜਾਨ ਲੈ ਲਈ। ਉਸ ਨੇ ਅਖੀਰ 'ਤੇ ਇੱਛਾ ਪ੍ਰਗਟ ਕੀਤੀ, ਗੁਰੂ ਸਾਹਿਬ ਨੂੰ ਮਿਲਣ ਲਈ ਸੰਦੇਸ਼ ਭੇਜਿਆ, ਪਰ ਉਸ ਦੇ ਕਰਮਾਂ ਵਿੱਚ ਨਹੀਂ ਸੀ ਕਿ ਉਹ ਇਸ ਮਹਾਨ ਸ਼ਖਸੀਅਤ ਸੰਸਾਰ ਦੇ ਆਗੂ ਦੇ ਦਰਸ਼ਨ ਕਰ ਸਕੇ। ਤਾਂ ਰਸਤੇ ਵਿੱਚ ਹੀ ਔਰੰਗਜ਼ੇਬ ਦੀ ਮੌਤ ਹੋ ਗਈ। ਤਾਂ ਪਿਆਰੇ ਵਿਦਿਆਰਥੀਓ, ਗੁਰੂ ਸਾਹਿਬ ਇਸ ਤੋਂ ਅੱਗੇ ਨੰਦੇੜ ਚਲੇ ਗਏ ਦੱਖਣ ਵੱਲ। ਕਹਿੰਦੇ ਆ ਕਿ ਇੱਕ ਦਿਨ ਇੱਥੇ ਉਹ ਆਪਣਾ ਜੀਵਨ ਬਸਰ ਕਰ ਰਹੇ ਸੀ ਤਾਂ ਇੱਕ ਦਿਨ ਉਹ ਪ੍ਰਭੂ ਭਗਤੀ ਦੇ ਵਿੱਚ ਲੀਨ ਸੀ ਗੁਰੂ ਸਾਹਿਬ, ਤਾਂ ਇੱਕ ਪਠਾਨ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ, ਉਹਨਾਂ ਦੇ ਪੇਟ ਦੇ ਵਿੱਚ ਛੁਰਾ ਮਾਰਿਆ, ਜਿੱਥੋਂ ਉਹਨਾਂ ਨੂੰ ਗਹਿਰੇ ਜ਼ਖਮ ਲੱਗੇ। ਇਹ ਜ਼ਖਮ ਕੁਝ ਦਿਨ ਚੱਲੇ, ਪਰ ਕਹਿੰਦੇ ਕਿ ਇਹਨਾਂ ਦੀ ਤਾਬ ਨਾ ਝੱਲਦੇ ਹੋਏ ਗੁਰੂ ਸਾਹਿਬ ਸ਼ਹੀਦੀ ਪ੍ਰਾਪਤ ਕਰ ਗਏ। ਸਿੱਖਾਂ ਦੇ 5 ਤਖ਼ਤ ਪਿਆਰੇ ਵਿਦਿਆਰਥੀਓ ਸਥਾਪਿਤ ਹੈ ਇਸ ਧਰਤੀ ਦੇ ਉੱਪਰ, ਅਤੇ ਇਹਨਾਂ 5 ਤਖ਼ਤਾਂ ਦੇ ਵਿੱਚੋਂ 4 ਤਖ਼ਤ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਤਾਂ ਇਸ ਤਰ੍ਹਾਂ ਦੀ ਮਹਾਨ ਸ਼ਖਸੀਅਤ ਸੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇੱਕ ਨਵੀਂ ਪਹਿਚਾਣ ਦਿੱਤੀ, ਚਿੜੀਆਂ ਨੂੰ ਬਾਜ ਬਣਾਇਆ। ਉਹੀ ਭਾਵਨਾਵਾਂ ਅੱਜ ਵੀ ਲੋਕਾਂ ਦੇ ਵਿੱਚ ਮੌਜੂਦ ਹੈ। ਜਦੋਂ ਕਿਤੇ ਵੀ ਜ਼ੁਲਮ ਹੁੰਦਾ ਹੈ ਤਾਂ ਉਹ ਜਾਗ ਉੱਠਦੇ। ਤਾਂ ਗੁਰੂ ਸਾਹਿਬ ਦਾ ਮਹਾਨ ਜੀਵਨ, ਉਹਨਾਂ ਬਾਰੇ ਅਸੀਂ ਪੜ੍ਹਿਆ। ਉਮੀਦ ਹੈ ਕਿ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਹੋਰ ਜਾਣਕਾਰੀ ਵੀ ਤੁਸੀਂ ਪ੍ਰਾਪਤ ਕਰੋਗੇ। ਵਿਦਿਆਰਥੀਓ, ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਸੰਸਾਰ 'ਤੇ ਜਦੋਂ ਵੀ ਆਉਂਦੀਆਂ ਤਾਂ ਅਜਿਹੀ ਅਗਵਾਈ ਕਰਕੇ ਜਾਂਦੀਆਂ ਜਿਹੜੀ ਸਦੀਆਂ ਤੱਕ ਸੰਸਾਰ ਨੂੰ ਚਲਾਉਂਦੀ ਹੈ। ਤਾਂ ਤੁਸੀਂ ਗੁਰੂ ਸਾਹਿਬ ਦੇ ਜੀਵਨ ਬਾਰੇ ਜ਼ਰੂਰ ਪੜ੍ਹਨਾ ਹੈ, ਉਹਨਾਂ ਦੇ ਜੋ ਸੰਦੇਸ਼ ਦਿੱਤੇ ਹੈ ਉਹਨਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ ਅਤੇ ਉਹਨਾਂ ਦੇ ਮਹਾਨ ਪੈਂਡੇ 'ਤੇ ਤੁਸੀਂ ਤੁਰਨ ਦੀ ਕੋਸ਼ਿਸ਼ ਕਰਨੀ ਹੈ। ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।